ਬੱਚਿਓ ਆਪਾਂ ਪਿੱਛੇ ਪੜ੍ਹਿਆ ਕਿ ਮਾਨ ਸਿੰਘ ਕਰਮ ਸਿੰਘ ਦੇ ਘਰ ਗਿਆ ਹੈ ਅਤੇ ਉਹਦੇ ਪਰਿਵਾਰ ਨਾਲ ਕਰਮ ਸਿੰਘ ਦੀ ਬਹਾਦਰੀ ਦੀਆਂ ਗੱਲਾਂ ਕਰਦਾ ਹੈ, ਪਰ ਘਰ ਦੇ ਜਿਹੜੇ ਆ ਉਹ ਦਿਲਚਸਪੀ ਨਹੀਂ ਲੈਂਦੇ ਉਹਦੀਆਂ ਗੱਲਾਂ ਦੇ ਵਿੱਚ। ਕਿਉਂ? ਉਹ ਆਪਾਂ ਅੱਗੇ ਪੜ੍ਹਦੇ ਹਾਂ। ਆਪਣੀ ਵਾਰੀ ਕਦੋਂ ਹੈ ਪਾਣੀ ਦੀ? ਕਰਮ ਸਿੰਘ ਦੇ ਪਿਤਾ ਨੇ ਜਸਵੰਤ ਤੋਂ ਪੁੱਛਿਆ ਕਿ ਆਪਣੇ ਖੇਤਾਂ ਨੂੰ ਪਾਣੀ ਦੇਣ ਦੀ ਵਾਰੀ ਕਦੋਂ ਹੈ? ਪਰਸੋਂ 3 ਵਜੇ ਸਵੇਰੇ ਲੱਗਣੀ ਹੈ, ਜਸਵੰਤ ਸਿੰਘ ਨੇ ਜਵਾਬ ਦਿੱਤਾ। 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ। ਉਹਨੇ ਸਵੇਰ ਦੇ 3 ਵਜੇ ਦੀ ਗੱਲ ਸੁਣ ਕੇ ਫੇਰ ਗੱਲ ਅੱਗੇ ਤੋਰੀ। ਉਹ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। ਹੋਰ ਗੱਲ ਤੇ ਗੱਲ, ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਤਾਂ ਬਚ ਗਿਆ। ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ ਇਹ ਉਸਨੂੰ, ਸਾਰਿਆਂ ਤੋਂ ਪਿੱਛੇ ਉੱਠਦਾ ਹੈ ਉੱਥੇ। ਹੁਣ ਉਹਨੂੰ 3 ਵਜੇ ਤੋਂ ਯਾਦ ਆਇਆ। ਉਸਨੇ ਫਿਰ ਕਰਮ ਸਿੰਘ ਦੀ ਗੱਲ ਛੇੜੀ ਕਿ ਪਹਿਰ ਰਾਤ ਨੂੰ ਸਵੇਰੇ ਉੱਠਣ ਤੋਂ ਤਾਂ ਬਚ ਗਿਆ, ਕਿਉਂਕਿ ਫੌਜ ਵਿੱਚ ਸਭ ਤੋਂ ਜ਼ਿਆਦਾ ਆਲਸ ਸਵੇਰੇ ਉੱਠਣ ਦਾ ਕਰਮ ਸਿੰਘ ਨੂੰ ਹੀ ਹੈ। ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ। ਕੋਈ ਵੀ ਉਮੜ ਕੇ ਉਸਦਾ ਦੁਆਰਾ ਅੱਗੇ ਕੁਛ ਨਾ ਪੁੱਛਿਆ ਪਰਿਵਾਰਿਕ ਮੈਂਬਰਾਂ ਨੇ। ਫਿਰ ਰੋਟੀ ਆਈ। ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ। ਉਚੇਚ ਮਤਲਬ ਖਾਸ ਪ੍ਰਬੰਧ। ਜੋ ਆਮ ਰੋਟੀ ਟੁੱਕੋ ਖਾਂਦੇ ਸੀ ਉਸ ਤੋਂ ਸਪੈਸ਼ਲ ਉਹਨਾਂ ਨੇ ਮਾਨ ਸਿੰਘ ਲਈ ਪ੍ਰਬੰਧ ਕੀਤਾ ਹੋਇਆ ਸੀ। ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਝੱਲ ਰਿਹਾ ਸੀ। ਉਸ ਦਾ ਇਹ ਖਿਆਲ ਹੈ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਹੇ ਸਨ, ਦਿਲੋਂ ਨਿਕਲ ਗਿਆ। ਰੋਟੀ ਖਾਂਦਿਆਂ ਖਾਂਦਿਆਂ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਟੁਰਦਾ ਟੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ। ਜਦੋਂ ਰੋਟੀ ਖਾ ਰਿਹਾ ਸੀ ਤੇ ਕਰਮ ਸਿੰਘ ਦਾ ਛੋਟਾ ਬੇਟਾ ਤੁਰਦਾ ਤੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਕੇ ਖੜਾ ਹੋ ਗਿਆ। ਜੇ ਉਹ ਕਿਸੇ ਹੋਰ ਕੋਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਹੀ ਸਕਦਾ ਸੀ ਨਾ। ਮਾਨ ਸਿੰਘ ਨੇ ਉਸ ਨੂੰ ਕੁੱਛੜ ਚੁੱਕ ਲਿਆ। ਮਾਨ ਸਿੰਘ ਨੂੰ ਲੱਗਿਆ ਕਿ ਕੋਈ ਹੋਰ ਪਰਿਵਾਰ ਦਾ ਦਿਲਚਸਪੀ ਨਹੀਂ ਮੈਂਬਰ ਲੈ ਰਿਹਾ ਉਹਦੀਆਂ ਗੱਲਾਂ ਸੁਣਨ ਦੇ ਵਿੱਚ, ਅਤੇ ਉਹ ਕਰਮ ਸਿੰਘ ਦੇ ਮੁੰਡੇ ਨਾਲ ਤਾਂ ਗੱਲਾਂ ਕਰ ਹੀ ਸਕਦਾ ਹੈ। ਓਏ ਆਪਣੇ ਬਾਪੂ ਕੋਲ ਚੱਲਣਾ ਈ? ਮਾਨ ਸਿੰਘ ਉਹਨੂੰ ਪੁੱਛਦਾ ਹੈ ਛੋਟੇ ਬੇਟੇ ਨੂੰ ਕਿ ਤੂੰ ਆਪਣੇ ਪਿਓ ਕੋਲ ਚੱਲਣਾ ਈ? ਜਾਣਾ ਈ ਤਾਂ ਚੱਲ ਮੇਰੇ ਨਾਲ, ਬੜਾ ਮੀਂਹ ਪੈਂਦਾ ਹੈ ਉੱਥੇ। ਉਹ ਦੱਸ ਰਿਹਾ ਕਿ ਬਰਮਾ ਦੇ ਵਿੱਚ ਬਹੁਤ ਮੀਂਹ ਪੈਂਦਾ ਹੈ, ਪਾਣੀ ਵਿੱਚ ਤੁਰਿਆ ਫਿਰੀ, ਉੱਥੇ ਖੇਡੀ। ਮਾਨ ਸਿੰਘ ਦੀ ਇਹ ਗੱਲ ਸੁਣ ਕੇ ਬਾਪੂ ਨੂੰ ਸੂਲ ਵਾਂਗ ਚੁੱਭੀ। ਉਸਨੂੰ ਦੁੱਖ ਹੋਇਆ, ਬਹੁਤ ਦੁੱਖ ਹੋਇਆ ਕਰਮ ਸਿੰਘ ਦੇ ਪਿਓ ਨੂੰ। ਆਹ ਫੜ ਲੈ ਮੁੰਡੇ ਨੂੰ, ਉੱਧਰ ਰੱਖ ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਨਾਲ। ਅਤੇ ਉਸਦੇ ਪਿਓ ਨੇ ਗੁੱਸੇ ਦੇ ਨਾਲ ਆਪਣੀ ਘਰਵਾਲੀ ਨੂੰ, ਕਰਮ ਸਿੰਘ ਦੀ ਮਾਂ ਨੂੰ ਕਿਹਾ ਕਿ ਆਏ ਗਏ ਨੂੰ ਰੋਟੀ ਚੰਗੀ ਤਰ੍ਹਾਂ ਖਾਣ ਲੈਣ ਦਿਆ ਕਰੋ, ਮੁੰਡੇ ਨੂੰ ਚੱਕ ਤੇ ਪਰੇ ਲੈ ਜਾ। ਬਾਪੂ ਨੇ ਜਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ। ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ। ਇੱਦਾਂ ਦਾ ਪੈਂਡਾ ਮੁਕਾ ਕੇ ਉਸਦਾ ਛੇਤੀ ਮੁੜਨ ਨੂੰ ਜੀ ਕਰਦਾ ਸੀ। ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛਗਿੱਛ ਆਰੰਭੀ ਮਤਲਬ ਸ਼ੁਰੂ ਕੀਤੀ। ਇੱਥੋਂ ਤਰਨਤਾਰਨ ਕਿੰਨਾ ਹੈ? 4 ਕੋ ਪੈਂਡਾ। ਮਾਨ ਸਿੰਘ ਨੇ ਪੁੱਛਿਆ ਕਿ ਇੱਥੋਂ ਤਰਨਤਾਰਨ ਕਿੰਨਾ ਦੂਰ ਹੈ? ਅਤੇ ਉਹਨਾਂ ਨੇ ਜਵਾਬ ਦਿੱਤਾ 4 ਕੋ ਪੈਂਡਾ ਹੈ। ਟਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਹੀ? ਮਾਨ ਸਿੰਘ ਨੇ ਫਿਰ ਪੁੱਛਿਆ, ਅਤੇ ਉਸਦੇ ਬਾਪੂ ਨੇ ਜਵਾਬ ਦਿੱਤਾ ਟਾਂਗਿਆਂ ਟੂੰਗਿਆਂ ਦਾ ਕੋਈ ਫਿਕਰ ਨਾ ਕਰ ਤੂੰ, ਜਸਵੰਤ ਨੂੰ ਤੇਰੇ ਨਾਲ ਘੱਲਾਂਗੇ ਮਤਲਬ ਭੇਜਾਂਗੇ। ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ ਗੁਰਦੁਆਰਿਆਂ 'ਚ ਜਾ ਆਇਓ, ਮੱਥਾ ਟੇਕ ਆਇਓ ਦੋਨੋਂ ਜਾ ਕੇ। ਇਸ ਗੱਲ 'ਤੇ ਮਾਨ ਸਿੰਘ ਰਾਜੀ ਸੀ। ਮਾਨ ਸਿੰਘ ਇਸ ਗੱਲ ਨਾਲ ਸਹਿਮਤ ਹੋ ਗਿਆ। ਜਸਵੰਤ ਐਡਾ ਘੁੱਟਿਆ ਹੋਇਆ ਬੰਦਾ ਨਹੀਂ ਸੀ। ਪਰ ਮਾਨ ਸਿੰਘ ਦੇ ਨਾਲ ਟੁਰਦਿਆਂ ਤੇ ਉਹ ਵੀ ਕੁਝ ਘੁੱਟਿਆ ਹੀ ਗਿਆ। ਜਦੋਂ ਸਵੇਰ ਨੂੰ ਗਏ ਦੋਨੋਂ ਤਾਂ ਉਸਨੂੰ ਲੱਗਿਆ ਕਿ ਜਸਵੰਤ ਸਿੰਘ ਵੀ ਗੱਲ ਨਹੀਂ ਖੁੱਲ੍ਹ ਕੇ ਕਰ ਰਿਹਾ, ਉਹ ਵੀ ਅੰਦਰੋਂ ਅੰਦਰੀ ਕੁਝ ਘੁੱਟਿਆ ਹੋਇਆ ਹੈ। ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਅਗਾਂਹ ਟੁਰ ਪੈਂਦਾ। ਜਸਵੰਤ ਨੂੰ ਜੋ ਵੀ ਪਿੰਡ ਦੇ ਬੰਦੇ ਜਾਣਦੇ ਸੀ ਉਹਨਾਂ ਨੂੰ ਉਹ ਦੂਰੋਂ ਹੀ ਬੁਲਾ ਕੇ ਤੁਰ ਪੈਂਦਾ। ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖੜੇ ਹੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ। ਉਸਨੇ ਕਿਹੜਾ ਰੋਜ਼ ਇਸ ਪਾਸੇ ਆਉਣਾ ਸੀ। ਮਾਨ ਸਿੰਘ ਦਾ ਮਨ ਕਰਦਾ ਸੀ ਕਿ ਉਸਦੇ ਪਿੰਡ ਦੇ ਲੋਕਾਂ ਨੂੰ ਉਹ ਮਿਲੇ, ਕਿਉਂਕਿ ਉਸਨੇ ਕਿਹੜਾ ਮੁੜ ਕੇ ਜਲਦੀ ਇੱਥੇ ਆਉਣਾ ਸੀ ਉਹਨਾਂ ਦੇ ਪਿੰਡ। ਕਰਮ ਸਿੰਘ ਨੇ ਤਾਂ ਬੜਾ ਜਸ ਖੱਟਿਆ ਏ ਫੌਜ ਵਿੱਚ, ਤੂੰ ਕਿਉਂ ਨਾ ਫੌਜ ਵਿੱਚ ਗਿਆ? ਮਾਨ ਸਿੰਘ ਨੇ ਕਰਮ ਸਿੰਘ ਨੂੰ ਅੱਗੇ ਲੈ ਆਂਦਾ। ਫਿਰ ਦੁਬਾਰਾ ਮਾਨ ਸਿੰਘ ਨੇ ਗੱਲ ਸ਼ੁਰੂ ਕੀਤੀ ਕਿ ਕਰਮ ਸਿੰਘ ਦਾ ਨਾਮ ਬਹੁਤ ਕਮਾਇਆ ਹੋਇਆ ਹੈ ਫੌਜ ਵਿੱਚ, ਤੂੰ ਕਿਉਂ ਨਹੀਂ ਫੌਜ ਵਿੱਚ ਭਰਤੀ ਹੋਇਆ? ਉਸਨੇ ਜਸਵੰਤ ਨੂੰ ਪੁੱਛਿਆ। ਜਸਵੰਤ ਇੱਕਦਮ ਇਕੱਠਾ ਹੋ ਗਿਆ, ਇੱਕਦਮ ਸਹਿਮ ਗਿਆ, ਡਰ ਗਿਆ, ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ। ਕੁਝ ਠਹਿਰ ਕੇ ਉਸਨੇ ਕਿਹਾ, ਇੱਕ ਥੋੜ੍ਹਾ ਹੈ ਫੌਜ ਵਿੱਚ, ਚਰੀਆਂ ਕਮਾਦ ਕਿੱਡੇ ਹੋ ਗਏ ਨੇ ਆਪਣੇ ਵੱਲ। ਉਸਨੇ ਗੱਲ ਘੁਮਾ ਲਈ ਤੇ ਖੇਤੀਬਾੜੀ ਵੱਲ ਗੱਲ ਕਰ ਲਈ। ਇੱਕ ਚਰੀ ਦੀ ਪੈਲੀ ਕੋਲੋਂ ਲੰਘਦਿਆਂ ਜਸਵੰਤ ਨੇ ਗੱਲ ਚਲਾਈ। ਬੰਦੇ ਜਿੱਡੇ ਖੜੇ ਨੇ, ਪਰ ਉਸ ਦਾ ਦਿਲ ਇਸ ਗੱਲ ਵਿੱਚ ਨਹੀਂ ਸੀ। ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਮਾਨ ਸਿੰਘ ਨੂੰ ਹੋਰ ਕੋਈ ਗੱਲ ਸੁਣਾਈ ਨਹੀਂ ਦੇ ਰਹੀ ਸੀ। ਉਹ ਸਿਰਫ ਆਪਣੇ ਯਾਰ ਕਰਮ ਸਿੰਘ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਪਿੰਡ ਮੁੜ ਕੇ ਮਾਨ ਸਿੰਘ ਪਿਛਾਂਹ ਜਾਣ ਦੀਆਂ ਸਲਾਹਾਂ ਵਿੱਚ ਸੀ।
ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫਿਰ ਪਿੰਡ ਅੱਪੜ ਸਕਦਾ ਸੀ। ਉਹ ਸੀ ਕਿ ਪਿੰਡ ਜਾ ਕੇ ਉਹ ਦੁਬਾਰਾ ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਟ੍ਰੇਨ ਦੇ ਵਿੱਚ ਚੜ੍ਹੇਗਾ ਅਤੇ ਆਪਣੇ ਪਿੰਡ ਵਾਪਸ ਪਹੁੰਚ ਜਾਵੇਗਾ। ਭਾਵੇਂ ਆਪੋ ਆਪਣੀ ਥਾਈਂ ਸਾਰਿਆਂ ਨੇ ਉਸ ਲਈ ਕਾਫੀ ਉਚੇਚ ਕੀਤੀ ਸੀ, ਪਰ ਉਸ ਨੂੰ ਇਸ ਫੇਰੇ ਦੀ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ। ਕਹਿੰਦੇ ਉਹਨਾਂ ਦੇ ਕਰਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਆਪਣੇ ਵੱਲੋਂ ਪ੍ਰਬੰਧ ਕੀਤੇ ਸੀ, ਖਾਸ ਉਹਦੀ ਖਾਤਰਦਾਰੀ ਕੀਤੀ, ਪਰ ਮਾਨ ਸਿੰਘ ਨੂੰ ਘੱਟ ਸਵਾਦ ਕਿਉਂ ਆਇਆ? ਕਿਉਂਕਿ ਉਸਨੇ ਕਰਮ ਸਿੰਘ ਤੋਂ ਉਹਦੇ ਪਰਿਵਾਰ ਦੇ ਮੈਂਬਰਾਂ ਬਾਰੇ ਵਡਿਆਈ ਬਹੁਤ ਸੁਣੀ ਸੀ। ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ। ਡਿਓੜੀ ਵਿੱਚੋਂ ਇਕੱਲਾ ਹੀ ਸੀ। ਹੁਣ ਵੀ ਉਸਦੇ ਕੋਲ ਕੋਈ ਨਹੀਂ ਬੈਠਾ ਸੀ, ਉਹ ਇਕੱਲਾ ਹੀ ਡਿਓੜੀ 'ਚ ਬੈਠਾ ਹੋਇਆ ਸੀ ਅਤੇ ਅੰਦਰ ਉਸਦੇ ਲਈ ਚਾਹ ਬਣ ਰਹੀ ਸੀ। ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾਕੀਆ ਟੁਰਿਆ ਆਉਂਦਾ ਸੀ। ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਹ ਟੁਰਦਾ ਟੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ, ਪਰ ਫਿਰ ਉਹ ਡਿਓੜੀ ਵਿੱਚ ਆ ਕੇ ਮੰਜੀ 'ਤੇ ਬੈਠ ਗਿਆ। ਜਦੋਂ ਉਹ ਇਕੱਲਾ ਬੈਠਾ ਸੀ, ਮਾਨ ਸਿੰਘ ਬਾਹਰ ਡਿਓੜੀ ਦੇ ਵਿੱਚ ਅਤੇ ਡਾਕੀਆ ਗਲ ਵਿੱਚ ਝੋਲਾ ਲਟਕਾ ਕੇ ਚਿੱਠੀ ਲੈ ਕੇ ਆਇਆ ਅਤੇ ਆ ਕੇ ਮੰਜੀ ਕੋਲ ਉਸਦੇ ਕੋਲ ਬੈਠ ਗਿਆ। ਮਾਨ ਸਿੰਘ ਨੇ ਪੁੱਛਿਆ, ਕੀ ਲਿਆਏ ਹੋ? ਡਾਕੀਏ ਨੇ ਕਿਹਾ, ਲਿਆਉਣਾ ਕੀ ਹੈ? ਆ ਪੈਨਸ਼ਨ ਆਈ ਹੈ ਵਿਚਾਰੇ ਕਰਮ ਸਿੰਘ ਦੀ। ਕਰਮ ਸਿੰਘ ਦੀ ਪੈਨਸ਼ਨ? ਕਰਮ ਸਿੰਘ ਮਾਰਿਆ ਗਿਆ? ਇਹ ਗੱਲ ਮਾਨ ਸਿੰਘ ਨੇ ਪੁੱਛੀ ਡਾਕੀਏ ਤੋਂ। ਬਾਦਸ਼ਾਹ, ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਹੈ ਅਤੇ ਤੁਸੀਂ ਉਹਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਾਰਿਆ ਗਿਆ ਹੈ? ਚਿੱਠੀ ਆਇਆ ਅਤੇ ਅੱਜ 15 ਦਿਨ ਹੋ ਗਏ ਨੇ। ਇੱਥੋਂ ਉਹ ਪਸੀਜਿਆ ਗਿਆ, ਘਬਰਾ ਗਿਆ ਕਿ ਇਹ ਕੀ ਹੋਇਆ। ਮੈਂ ਛੁੱਟੀ ਕੱਟਣ ਆਇਆ ਹਾਂ ਅਤੇ ਮੇਰੇ ਪਿੱਛੋਂ ਕਰਮ ਸਿੰਘ ਮਾਰਿਆ ਗਿਆ ਔਰ ਮੈਨੂੰ ਕਿਸੇ ਨੇ ਹਜੇ ਤੱਕ ਦੱਸਿਆ ਵੀ ਨਹੀਂ। 2 ਕੁ ਵਾਰ ਮਾਨ ਸਿੰਘ ਦਾ ਸਾਹ ਕਾਲਾ ਜਿਹਾ ਆਇਆ। ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁੱਠ ਜਿਹੀ ਮਿੱਟੀ ਗਈ। ਮਤਲਬ ਕਿ ਉਸ ਨੂੰ ਸਾਹ ਆਉਣਾ ਬੰਦ ਹੋ ਗਿਆ, ਉਸ ਦਾ ਦਿਲ ਭਰ ਆਇਆ ਅਤੇ ਫਿਰ ਅੱਖਾਂ ਰਾਹੀਂ ਪਾਣੀ ਨੁਚੜਨ ਨਿਕਲਣ ਨਾਲ ਢਿੱਲੀ ਹੋਣ ਲੱਗੀ। ਉਸ ਦੀ ਜਿਹੜਾ ਸਾਹ ਸੀ ਉਹ ਢਿੱਲਾ ਹੋਣ ਲੱਗਾ। ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ, ਉਹਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ। ਉਹਦਾ ਛੋਟਾ ਬੇਟਾ ਅਤੇ ਉਹਦਾ ਪਿਓ ਕਰਮ ਸਿੰਘ ਦਾ ਨਾਲ ਰੋਣ ਲੱਗ ਗਏ, ਉਹਨੂੰ ਦਿਲ ਹੌਲਾ ਕਰਨ ਵਿੱਚ ਮਦਦ ਕਰਨ ਲੱਗੇ। ਬਾਪੂ ਨੇ ਬਾਹਰੋਂ ਹੀ ਡਾਕੀਆ ਬੈਠਾ ਵੇਖ ਸਮਝ ਲਿਆ ਕਿ ਗੱਲ ਨਿਕਲ ਗਈ। ਕਿ ਜਿਹੜਾ ਅਸੀਂ ਭੇਦ ਲੁਕੋ ਰਿਹਾ ਸੀ ਉਹਦੇ ਵਿੱਚ ਅਸੀਂ ਅਸਫਲ ਹੋ ਗਏ ਹਾਂ। ਉਹ ਗੱਲ ਡਾਕੀਏ ਨੇ ਮਾਨ ਸਿੰਘ ਨੂੰ ਦੱਸ ਦਿੱਤੀ ਹੈ। ਹੁਣ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ। ਹੁਣ ਜਿਹੜੀ ਇਹ ਗੱਲ ਸੀ ਇਹਨੂੰ ਦਿਲ ਦੇ ਅੰਦਰ ਰੱਖਣ ਦੀ ਲੋੜ ਨਹੀਂ ਸੀ। 8 ਪੈਰਾਂ ਦਾ ਦਬਾਅ ਢਿੱਲਾ ਹੋਇਆ। ਢਿੱਲਾ ਹਲਕਾ। ਉਹ ਜਦੋਂ ਦਾ ਮਾਨ ਸਿੰਘ ਆਇਆ ਸੀ ਇਸ ਗੱਲ ਨੂੰ ਆਪਣੇ ਅੰਦਰ ਦੱਬ ਕੇ ਘੁੰਮ ਰਿਹਾ ਸੀ ਸਾਰਾ ਪਰਿਵਾਰ, ਅਤੇ ਹੁਣ ਉਹ ਗੱਲ ਖੁੱਲ੍ਹ ਚੁੱਕੀ ਸੀ। ਇਸ ਕਰਕੇ ਉਹਦਾ ਭਾਰ ਹੁਣ ਹਲਕਾ ਹੋ ਗਿਆ ਅਤੇ ਅੱਥਰੂ ਵਗ ਤੁਰੇ ਅਤੇ ਉਹ ਰੋਣ ਲੱਗ ਪਿਆ। ਦੋਵੇਂ ਢੇਰ ਚਿਰ ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ। ਦੋਨੋਂ ਗੱਲਾਂ ਕਰ ਰਹੇ ਸਨ ਅਤੇ ਰੋ ਰਹੇ ਸਨ। ਫਿਰ ਮਾਨ ਸਿੰਘ ਬੋਲਿਆ, ਤੁਸਾਂ ਮੈਨੂੰ ਆਉਂਦੇ ਹੀ ਕਿਉਂ ਨਾ ਦੱਸਿਆ? ਮਾਨ ਸਿੰਘ ਨੇ ਰੋਸਾ ਲਾਉਂਦੇ ਹੋਏ ਉਸਦੇ ਪਿਓ ਨੂੰ ਕਿਹਾ ਕਿ ਜਦ ਮੈਂ ਆਇਆ ਸੀ ਤੁਸੀਂ ਉਸ ਟਾਈਮ ਮੈਨੂੰ ਕਿਉਂ ਨਹੀਂ ਦੱਸਿਆ? ਐਵੇਂ ਅਸਾਂ ਆਖਿਆ ਮੁੰਡਾ ਛੁੱਟੀ ਆਇਆ ਹੈ। ਅੱਗੋਂ ਕਰਮ ਸਿੰਘ ਦਾ ਬਾਪੂ ਜਵਾਬ ਦਿੰਦਾ ਹੈ ਕਿ ਅਸੀਂ ਸੋਚਿਆ ਮੁੰਡਾ ਛੁੱਟੀ ਕੱਟਣ ਆਇਆ, ਇਹਦੀ ਛੁੱਟੀ ਖਰਾਬ ਨਾ ਹੋਵੇ, ਆਪੇ ਛੁੱਟੀ ਕੱਟ ਕੇ ਪਲਟਣ ਵਿੱਚ ਜਾਏਗਾ, ਸੁਣ ਲਏਗਾ। ਜਦੋਂ ਤੂੰ ਛੁੱਟੀ ਕੱਟ ਕੇ ਵਾਪਸ ਜਾਂਦਾ ਤਾਂ ਤੈਨੂੰ ਉੱਥੇ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗ ਜਾਣਾ ਸੀ। ਫੌਜੀ ਨੂੰ ਛੁੱਟੀ ਪਿਆਰੀ ਹੁੰਦੀ ਹੈ, ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਓਨੀ ਹੀ ਤੈਨੂੰ ਹੋਊ ਨਾ, ਸਗੋਂ ਬਹੁਤੀ ਹੋਊ। ਕਹਿੰਦਾ ਜਿੱਦਾਂ ਫੌਜੀ ਨੂੰ ਛੁੱਟੀ ਪਿਆਰੀ ਹੁੰਦੀ ਹੈ, ਕਰਮ ਸਿੰਘ ਨੂੰ ਬਹੁਤ ਪਿਆਰੀ ਸੀ, ਪਰ ਮੈਨੂੰ ਲੱਗਦਾ ਤੈਨੂੰ ਉਸ ਤੋਂ ਵੀ ਪਿਆਰੀ ਹੋਣੀ ਆ। ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਪਲ ਨੇ, ਉਹਨਾਂ ਨੂੰ ਤੇ ਥੋੜ੍ਹਾ ਔਖ ਵੀ ਬਹੁਤਾ ਦਿਸਦਾ ਹੋ। ਕਹਿੰਦੇ ਜਿਹੜੇ ਬਾਹਰ ਦੇ ਲੋਕ ਆ, ਚੂੜਕਾਣਾ ਪਿੰਡ ਵੱਲ ਦੇ ਲੋਕ ਆ, ਉਹ ਸੌਣ ਦੇ ਜੰਪਲ ਆ। ਜਦੋਂ ਥੋੜ੍ਹੀ ਜਿਹੀ ਵੀ ਕੋਈ ਔਖਿਆਈ ਆਉਂਦੀ ਤਾਂ ਉਹਨਾਂ ਨੂੰ ਜ਼ਿਆਦਾ ਔਖੀ ਲੱਗਦੀ ਹੈ। ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਮਯਾਬ ਨਹੀਂ ਹੋਏ। ਐਵੇਂ ਬੇਸੁਆਦੀ ਹੀ ਕੀਤੀ ਤੇਰੇ ਆਉਣ 'ਤੇ ਇੱਥੇ। ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ। ਜਦੋਂ ਮਾਨ ਸਿੰਘ ਉੱਥੋਂ ਮਿਲ ਕੇ ਦੁਬਾਰਾ ਵਾਪਸ ਆਉਣ ਲੱਗਿਆ ਅਤੇ ਉਸਦੇ ਬਾਪੂ ਦੇ ਨਾਲ, ਕਰਮ ਸਿੰਘ ਦੇ ਬਾਪੂ ਦੇ ਨਾਲ ਆ ਰਿਹਾ ਸੀ, ਅਤੇ ਉਸਨੇ ਮਾਝੇ ਦੇ ਪਿੰਡ ਦੇਖੇ ਜਿੱਥੇ ਦਾ ਉਹਦਾ ਪਿਓ ਜੰਪਲ ਸੀ। ਇਹਨਾਂ ਦੁਆਲੇ ਬਚਾਅ ਲਈ ਕਿਲੇ ਕੋਟ ਉਸਰੇ ਹੋਏ ਸਨ। ਕਹਿੰਦੇ ਉੱਥੇ ਵੱਡੇ ਵੱਡੇ ਕਿਲੇ ਉਸਰੇ ਹੋਏ ਸਨ। ਥਾਂ ਥਾਂ ਮੜੀਆਂ ਅਤੇ ਸਮਾਧਾਂ ਸਨ। ਮੜੀਆਂ ਅਤੇ ਸਮਾਧਾਂ ਕਬਰਾਂ ਬਣੀਆਂ ਹੋਈਆਂ ਸਨ, ਜਿਹੜੀਆਂ ਪਿਛਲੀਆਂ ਪੀੜ੍ਹੀਆਂ ਜੋ ਚਿਰਾਂ ਤੋਂ ਚਲਦੀਆਂ ਆ ਰਹੀਆਂ ਪੁਸ਼ਤਾਂ ਹੁੰਦੀਆਂ ਹਨ, ਵਿੱਚ ਇਹਨਾਂ ਲੋਕਾਂ ਦੀ ਭਾਰਤ 'ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਸਨ। ਪੁਰਾਣੇ ਸਮਿਆਂ ਦੇ ਵਿੱਚ, ਪੁਰਾਣੇ ਜ਼ਮਾਨਿਆਂ ਦੇ ਵਿੱਚ ਜੋ ਲੋਕਾਂ ਨੇ ਭਾਰਤ 'ਤੇ ਧਾਵਾ ਕਰਨ ਲਈ ਲੜਨ ਮਰਨ ਦੇ ਲੋਕ ਜੋ ਮਰੇ ਸਨ, ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਸਨ। ਉਹਨਾਂ ਦੀਆਂ ਇਹ ਕਹਾਣੀਆਂ ਮੂੰਹ ਬੋਲਦੀਆਂ ਸਨ। ਇਸ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ, ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ।
मतलब कि ਉਹਦੇ ਬਾਪ ਦੀ ਉਸ ਪਿੰਡ ਦੇ ਨਾਲ ਸਾਂਝ ਸੀ, ਉਸਨੂੰ ਸਾਰੀਆਂ ਚੀਜ਼ਾਂ ਪਤਾ ਸੀ। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਧੌਲ ਮਤਲਬ ਬੋਲਦ, ਜੋ ਆਪਣੇ ਸਿਰਾਂ 'ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ। ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਧੌਲ ਸੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ। ਮਤਲਬ ਕਿ ਬੱਚਿਓ, ਤੁਸੀਂ ਸੁਣਿਆ ਹੋਏਗਾ ਕਿ ਸਾਡੇ ਪੁਰਾਣੇ ਬਜ਼ੁਰਗ ਵੀ ਕਹਿੰਦੇ ਹਨ ਕਿ ਜਿਹੜੀ ਆਪਣੀ ਧਰਤੀ ਹੈ ਉਹਦਾ ਸਾਰਾ ਭਾਰ ਇੱਕ ਧਰਤੀ ਹੇਠਾਂ ਬੋਲਦ ਹੈ, ਉਸ ਦੇ ਸਿੰਗਾਂ ਉੱਤੇ ਹੈ। ਜਦੋਂ ਉਹ ਬੋਲਦ ਥੱਕ ਜਾਂਦਾ ਹੈ, ਥੋੜ੍ਹਾ ਜਿਹਾ ਹਿਲਦਾ ਹੈ, ਤਾਂ ਸਾਰੀ ਧਰਤੀ ਹਿੱਲ ਜਾਂਦੀ ਹੈ। ਅਤੇ ਇਹ ਸਾਰੀ ਕਹਾਣੀ ਦੇ ਵਿੱਚ ਦੁੱਖਾਂ ਦਾ ਭਾਰ ਸੁਣ ਕੇ ਉਹਨੂੰ ਕਰਮ ਸਿੰਘ ਦਾ ਜਿਹੜਾ ਪਿਓ ਸੀ ਉਹ ਇਸ ਤਰ੍ਹਾਂ ਲੱਗਿਆ ਉਹ ਧਰਤੀ ਹੇਠਲਾ ਬੋਲਦ ਹੈ ਜਿਸ ਨੇ ਸਾਰੇ ਦੁੱਖਾਂ ਦਾ ਭਾਰ ਕਿਸੇ ਨੂੰ ਦੁਖੀ ਨਾ ਕਰਨ ਦੇ ਚੱਕਰ ਦੇ ਵਿੱਚ ਆਪਣੇ ਸਿਰ 'ਤੇ ਢੋਇਆ ਹੋਇਆ ਹੈ। ਠੀਕ ਹੈ, ਹੁਣ ਤੁਹਾਨੂੰ ਇਹ ਸਾਰੀ ਸਟੋਰੀ ਸਮਝ ਆ ਗਈ ਹੈ। ਇਸ ਨੂੰ ਚੰਗੀ ਤਰ੍ਹਾਂ ਪੜ੍ਹੋ। ਐਕਸਰਸਾਈਜ਼ ਮੈਂ ਸੈਂਡ ਕਰਾਂਗੀ ਅਤੇ ਤੁਸੀਂ ਉਸ ਨੂੰ ਵੀ ਆਪਣੇ ਵਰਕਬੁੱਕ ਉੱਤੇ ਕਰਨਾ ਹੈ ਅਤੇ ਫਿਰ ਤੁਸੀਂ ਸੈਂਡ ਕਰਨੀ ਹੈ, ਮੈਨੂੰ ਸਬਮਿਟ ਕਰਵਾ ਦੇਣਾ ਹੈ। ਥੈਂਕ ਯੂ।